किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸੁਪਰਵਾਈਜ਼ਰ ਦਾ ਤੇ ਐਨਟੀਟੀ ਵਾਲਾਂ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਚਿਲਡਰਨ ਵਿਦ ਸਪੈਸ਼ਲ ਨੀਡ ਦੇ ਐਮਸੀਕਿਊ ਡਿਸਕਸ਼ਨ ਕਰਨ ਜਾ ਰਹੇ ਹਾਂ। ਫਰਸਟ ਕੁਐਸਚਨ ਆਪਣੇ ਕੋਲ A child with normal intelligence show difficulty in reading. It indicates that child is showing symptom of. ਤਾਂ ਇੱਕ ਬੱਚਾ ਉਹਦੀ ਇੰਟੈਲੀਜੈਂਸ ਨਾਰਮਲ ਆ। ਨਾਰਮਲ ਇੰਟੈਲੀਜੈਂਸ ਕਿੰਨੀ ਹੁੰਦੀ ਹੈ 90 ਤੋਂ ਲੈ ਕੇ 110 ਦੇ ਬਿਟਵੀਨ, ਠੀਕ ਹੈ ਜੀ। ਇੱਕ ਮਤਲਬ ਆਪਾਂ ਕਹੀਏ ਐਵਰੇਜ ਬੱਚਾ, ਤਾਂ ਉਹ ਬੱਚਾ ਇੰਟੈਲੀਜੈਂਸ ਦੇ ਪੱਖ ਤੋਂ ਨਾਰਮਲ ਆ। ਬਟ ਜਦੋਂ ਰੀਡਿੰਗ ਕਰਦਾ ਹੈਗਾ, ਮਤਲਬ ਜਦੋਂ ਵਾਚਨ ਕਰਦਾ ਜਾਂ ਪੜ੍ਹਦਾ, ਤਾਂ ਉਦੋਂ ਉਹ ਡਿਫਿਕਲਟੀ ਮਹਿਸੂਸ ਕਰਦਾ। ਤੇ ਬੱਚੇ ਦੀ ਕਿਹੜੀ ਕਿਸ ਤਰੀਕੇ ਦੀ ਜਿਹੜੀ ਡਿਸੇਬਿਲਿਟੀ ਜਾਂ ਸਪੈਸ਼ਲ ਨੀਡ ਦੇ ਨਾਲ ਸੰਬੰਧਿਤ ਆ, ਤਾਂ ਉਸ ਬੱਚੇ ਨੂੰ ਜਿਹੜੇ ਸਿੰਪਟਮ ਹੈਗੇ ਨੇ ਉਹ ਕਿਹਦੇ ਨੇ? ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ ਤੇ ਡਿਸਪ੍ਰੈਕਸੀਆ। ਇਹ ਚਾਰੋਂ ਜਿਹੜੀਆਂ ਨੇ ਇਹ ਲਰਨਿੰਗ ਡਿਸੇਬਿਲਿਟੀ ਨੇ। ਡਿਸਲੈਕਸੀਆ ਰੀਡਿੰਗ ਡਿਸੇਬਿਲਿਟੀ ਹੁੰਦੀ ਹੈ, ਡਿਸਗ੍ਰਾਫੀਆ ਜਿਹੜੇ ਬੱਚੇ ਨੂੰ ਲਿਖਣ ਦੇ ਵਿੱਚ ਸਮੱਸਿਆ ਹੁੰਦੀ ਹੈ, ਡਿਸਕੈਲਕੁਲੀਆ ਵਾਲੇ ਬੱਚੇ ਨੂੰ ਨਾਰਮਲ ਮੈਥਮੈਟਿਕਸ ਦੇ ਵਿੱਚ ਸਮੱਸਿਆ ਹੋਊਗੀ, ਤੇ ਡਿਸਪ੍ਰੈਕਸੀਆ ਵਾਲਾ ਬੱਚਾ ਜਿਹੜਾ ਹੈਗਾ ਉਹਦੀ ਜਿਹੜੀ ਮੋਟਰ ਸਕਿੱਲਸ ਹੈਗੀਆਂ ਮਾਈਂਡ ਤੇ ਮੋਟਰ ਦੇ ਵਿੱਚ ਜਿਹੜਾ ਹੈਗਾ ਇੱਕ ਬੈਲੈਂਸ ਕ੍ਰੀਏਟ ਨਹੀਂ ਹੁੰਦਾ। then ਹੈਗਾ ਆਪਣੇ ਕੋਲ ਸੈਕੰਡ ਕੁਐਸਚਨ, which one of the following would be the most effective way to identify a creative child by teacher? ਇੱਕ ਅਧਿਆਪਕ ਕਿਸ ਤਰੀਕੇ ਦੇ ਨਾਲ ਇੱਕ ਕ੍ਰੀਏਟਿਵ ਬੱਚੇ ਦੀ ਪਛਾਣ ਕਰ ਸਕਦਾ? ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕਿਹੜਾ ਹੋਊਗਾ? ਫਰਸਟ ਕੁਐਸਚਨ ਆਪਣੇ ਫਰਸਟ ਆਨਸਰ ਆਪਣੇ ਕੋਲ observing how that child interact with peers in team task। ਤਾਂ ਟੀਚਰ ਆਬਜ਼ਰਵ ਕਰੂਗਾ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਆਪਦੇ ਜਿਹੜੇ ਹਮ ਉਮਰ ਸਾਥੀ ਨੇ, ਪੀਅਰ ਗਰੁੱਪ ਆ, ਉਹਨਾਂ ਨਾਲ ਕਿਵੇਂ ਇੰਟਰੈਕਟ ਕਰ ਰਿਹਾ ਹੈਗਾ ਜਦੋਂ ਵੀ ਉਹ ਕੋਈ ਕਾਰਜ ਕਰਦਾ। ਐਡਮਿਨਿਸਟ੍ਰੇਟਿੰਗ ਸਟੈਂਡਰਡਾਈਜ਼ ਇੰਟੈਲੀਜੈਂਸ ਟੈਸਟ, ਤਾਂ ਉਹਨਾਂ ਦੇ ਲਈ ਇੱਕ ਮਿਆਰੀ ਪੱਧਰ ਦੇ ਬੁੱਧੀ ਟੈਸਟਾਂ ਦਾ ਅਰੇਂਜ ਕਰੂਗਾ, ਜਾਂ ਗਿਵਿੰਗ ਆਬਜੈਕਟਿਵ ਟਾਈਪ ਟੈਸਟ, ਜਾਂ ਉਹਨਾਂ ਨੂੰ ਐਮਸੀਕਿਊ ਵਾਂਗ ਜਿਵੇਂ ਟੈਸਟ ਹੁੰਦੇ ਆ ਜਾਂ ਫਿਲ ਇਨ ਬਲੈਂਕਸ ਹੁੰਦੀਆਂ ਹਨਾ, ਤਾਂ ਬਹੁ ਵਿਕਲਪੀ ਪ੍ਰਸ਼ਨ ਦਊਗਾ, ਜਾਂ ਫਿਰ ਡਿਟੇਲਡ ਆਬਜ਼ਰਵੇਸ਼ਨ ਆਫ ਦਾ ਚਾਈਲਡ ਸਪੈਸ਼ਲੀ ਵੈਨ ਸੋਲਵ ਅ ਪ੍ਰੋਬਲਮ। ਜਦੋਂ ਵੀ ਕ੍ਰੀਏਟਿਵ ਬੱਚਾ ਆ ਜੇ, ਤਾਂ ਕ੍ਰੀਏਟਿਵ ਬੱਚੇ ਦਾ ਮਤਲਬ ਕੀ ਆ? ਜਿਹੜੇ ਬੱਚੇ ਦੇ ਵਿਚਾਰਾਂ ਦੇ ਵਿੱਚ ਨੋਵਲਟੀ ਹੋਵੇ, ਜਿਹੜਾ ਬੱਚਾ ਕੁਝ ਨਵਾਂ ਕ੍ਰੀਏਟ ਕਰੇ, ਜਿਹੜੇ ਬੱਚੇ ਦੀ ਡਾਇਵਰਜੈਂਟ ਥਿੰਕਿੰਗ ਹੋਵੇ ਹਨਾ। ਤਾਂ ਜਿਹੜਾ ਡਿਟੇਲਡ ਆਬਜ਼ਰਵੇਸ਼ਨ ਆ, ਮਤਲਬ ਕਿ ਇੱਕ ਬੱਚੇ ਦੀ ਉਹ ਵੀ ਖਾਸ ਕਰਕੇ ਜਦੋਂ ਉਹ ਪ੍ਰੋਬਲਮ ਸੋਲਵ ਕਰ ਰਿਹਾ, ਕਿਉਂਕਿ ਜਦੋਂ ਇੱਕ ਕ੍ਰੀਏਟਿਵ ਬੱਚਾ ਪ੍ਰੋਬਲਮ ਸੋਲਵ ਕਰੂਗਾ ਤਾਂ ਉਹ ਉਸ ਤਰੀਕੇ ਦੇ ਨਾਲ ਨਹੀਂ ਕਰੂਗਾ ਜਿਵੇਂ ਉਹਨੂੰ ਕਿਸੇ ਨੇ ਦੱਸਿਆ ਸੀ। ਉਸ ਤਰੀਕੇ ਦੇ ਨਾਲ ਆਪਦੇ ਨਵੇਂ ਤਰੀਕੇ ਦੇ ਨਾਲ ਆਪਦਾ ਅਲੱਗ ਦਿਮਾਗ ਲਾ ਕੇ ਕੁਝ ਨਵਾਂ ਕ੍ਰੀਏਟ ਕਰਨ ਦਾ ਕੋਸ਼ਿਸ਼ ਕਰੂਗਾ। ਤਾਂ ਇੱਕ ਟੀਚਰ ਕਿਵੇਂ ਦੇਖ ਸਕਦਾ ਹੈਗਾ ਜਦੋਂ ਬੱਚਾ ਪ੍ਰੋਬਲਮ ਸੋਲਵ ਕਰ ਰਿਹਾ ਤਾਂ ਉਹ ਕਿਹੜੇ ਕਿਹੜੇ ਨਵੇਂ ਮੈਥਡ, ਕਿਹੜਾ ਵੇ ਉਹ ਅਡਾਪਟ ਕਰ ਰਿਹਾ ਹੈਗਾ, ਪੁਰਾਣਾ ਹੀ ਮੈਥਡ ਆ ਜਾਂ ਫਿਰ ਉਹ ਕੋਈ ਆਪਦੇ ਦਿਮਾਗ ਦੇ ਨਾਲ ਨਵੀਂ ਕ੍ਰੀਏਟੀਵਿਟੀ ਕਰ ਰਿਹਾ। ਤਾਂ ਉਸ ਵੇ ਤੋਂ, ਉਸ ਆਬਜ਼ਰਵੇਸ਼ਨ ਤੋਂ ਇੱਕ ਟੀਚਰ ਬੈਸਟ ਵੇ ਦੇ ਨਾਲ ਪਤਾ ਲਾ ਸਕਦਾ ਹੈਗਾ ਕਿ ਇੱਕ ਬੱਚਾ ਸਪੈਸ਼ਲ ਨੀਡ ਵਾਲਾ ਬੱਚਾ ਜਾਂ ਫਿਰ ਹੋਰ ਕੋਈ ਅਬਿਲਿਟੀ ਬੱਚੇ ਦੇ ਵਿੱਚ ਹੈ, ਠੀਕ ਹੈ ਜੀ। then ਹੈ ਆਪਣੇ ਕੋਲ which of these is a characteristic of a child with learning disability। learning disability ਮਤਲਬ ਸਿਰਫ ਸਿੱਖਣ ਦੇ ਨਾਲ ਰਿਲੇਟਡ ਜਿਹੜੀ ਡਿਸੇਬਿਲਿਟੀਜ਼ ਨੇ, ਜਿਵੇਂ ਡਿਸਲੈਕਸੀਆ, ਡਿਸਪ੍ਰੈਕਸੀਆ, ਡਿਸਕੈਲਕੁਲੀਆ, ਡਿਸਗ੍ਰਾਫੀਆ, ਡਿਸਫੇਜ਼ੀਆ ਨਾ, ਮੇਨ ਜਿਹੜੀਆਂ ਹੈਗੀਆਂ ਲਰਨਿੰਗ ਡਿਸੇਬਿਲਿਟੀਜ਼ ਨੇ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਉਹਦੇ ਨਾਲ ਮੇਲ ਖਾਂਦੀ ਹੈ? ਸਭ ਤੋਂ ਪਹਿਲਾਂ ਹੈਗਾ ਕਿ ਇਹਨਾਂ ਦਾ ਆਈਕਿਊ 50 ਤੋਂ ਬਿਲੋ ਹੋਊਗਾ। ਇਹ ਗਲਤ ਆ, ਕਿਉਂਕਿ ਇਹਨਾਂ ਦਾ ਆਈਕਿਊ ਨਾਰਮਲ ਬੱਚਿਆਂ ਜਿੰਨਾ ਹੀ ਹੁੰਦਾ। ਨਾਰਮਲ ਆਈਕਿਊ ਕਿੰਨਾ ਹੁੰਦਾ? 90 ਤੋਂ ਲੈ ਕੇ 110, ਠੀਕ ਹੈ। 90 ਤੋਂ 110 ਆ ਜਿਹੜਾ ਐਵਰੇਜ ਆਈਕਿਊ ਹੁੰਦਾ। ਬੁਲਿੰਗ ਅਦਰ ਚਿਲਡਰਨ ਐਂਡ ਇੰਗੇਜਿੰਗ ਇਨ ਅਗਰੈਸਿਵ ਐਕਟੀਵਿਟੀ, ਇਹ ਬੱਚੇ ਆ ਜਿਹੜੇ ਦੂਜਿਆਂ ਬੱਚਿਆਂ ਨੂੰ ਚਿੜਾਉਂਦੇ ਹੋਣਗੇ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਤੰਗ ਕਰਨ ਵਾਲੀਆਂ ਐਕਟੀਵਿਟੀਜ਼ ਕਰਨਗੇ। ਡੂਇੰਗ ਦਾ ਸੇਮ ਮੋਟਰ ਐਕਸ਼ਨ ਰਿਪੀਟਲੀ, ਇਹ ਬੱਚਾ ਬਾਰ-ਬਾਰ ਇੱਕ ਹੀ ਜੋ ਉਹਨੇ ਚਾਲਕ ਗਤੀਵਿਧੀ ਸਟਾਰਟ ਕਰਤੀ ਉਹਨੂੰ ਬਾਰ-ਬਾਰ ਰਿਪੀਟ ਕਰੂਗਾ। ਜਾਂ ਫਿਰ ਡਿਫਿਕਲਟੀ ਇਨ ਰੀਡਿੰਗ ਫਲੂਐਂਟਲੀ ਐਂਡ ਰਿਵਰਸਿੰਗ ਵਰਡਸ। ਤਾਂ ਇਹ ਕਿਹੜੀ ਤਰ੍ਹਾਂ ਦੀ ਡਿਸੇਬਿਲਿਟੀ ਆ ਆਪਣੇ ਕੋਲ? ਕਿਸ ਲਰਨਿੰਗ ਡਿਸੇਬਿਲਿਟੀ ਦੇ ਵਿੱਚ ਆਉਂਦਾ ਹੈਗਾ? ਡਿਸਲੈਕਸੀਆ। ਤਾਂ ਡਿਸਲੈਕਸੀਆ ਦੇ ਵਿੱਚ ਹੀ ਹੁੰਦਾ ਨਾ, ਬੱਚਾ ਪ੍ਰੋਪਰ ਰੀਡ ਨਹੀਂ ਕਰ ਸਕਦਾ, ਰੀਡ ਕਰਨ ਦੇ ਵਿੱਚ ਉਹਨੂੰ ਅਖਿਆਈ ਹੋਊਗੀ। ਤਾਂ ਰੀਡਿੰਗ ਜਿਹੜੀ ਹੈਗੀ ਆ ਰੀਡਿੰਗ ਡਿਸੇਬਿਲਿਟੀ ਔਰ ਡਿਸਲੈਕਸੀਆ ਤੇ ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ ਸਾਰੀਆਂ ਹੀ ਆਪਣੇ ਕੋਲ ਕੀ ਨੇ? ਲਰਨਿੰਗ ਡਿਸੇਬਿਲਿਟੀਜ਼। फोर्थ क्वेश्चन अपने को फ्लुएंसी, नोवेल्टी एंड ओरिजिनलिटी एंड फ्लैक्सीबिलिटी आर द फैक्टर एसोसिएटेड विद। जिवें मैं पहला भी दस चुकी हाँ, नोवेल्टी मतलब कि नवीनता होगी किसी बच्चे के काम दे विच, पुरानी चीज नूं फॉलो नहीं करूगा। मौलिकता होगी जो कार्य कर रहा है आपदा कार्य होगा। फिर बहुत ज्यादा लचकीलापन होगा उसदी थिंकिंग दे विच, ठीक है। एक प्रवाह होगा, फ्लुएंसी होगी। ये जिहड़े मेन लक्षण हैगे आ ये डाइवरजेंट थिंकिंग दे आ, मतलब कि
ਇੱਕ ਕ੍ਰੀਏਟਿਵ ਬੱਚੇ ਦੇ ਡਾਇਵਰਜੈਂਟ ਥਿੰਕਿੰਗ ਦਾ ਮਤਲਬ ਹੀ ਕੀ ਹੁੰਦਾ ਕਿ ਜਿਹੜਾ ਬੱਚਾ ਬਹੁਤ ਪਾਸੇ ਸੋਚ ਸਕੇ, ਇੱਕ ਪਾਸੇ ਹੀ ਜੋ ਉਹਨੂੰ ਪ੍ਰੋਬਲਮ ਸੋਲਵ ਕਰਨ ਦਾ ਇੱਕ ਤਰੀਕਾ ਦੱਸਦਾ ਉਸ ਤਰੀਕੇ ਦੇ ਨਾਲ ਨਾ ਸੋਚੇ, ਡਾਇਵਰਸ, ਠੀਕ ਹੈ, ਬਹੁਤ ਪਾਸੇ ਭਿੰਨ ਭਿੰਨ ਵੇ ਦੇ ਨਾਲ ਸੋਚ ਸਕਦਾ ਹੋਵੇ ਤਾਂ ਕ੍ਰੀਏਟਿਵ ਬੱਚੇ ਦੀ ਥਿੰਕਿੰਗ ਹੈ ਜਿਹੜੀ ਉਹ ਡਾਇਵਰਜੈਂਟ ਥਿੰਕਿੰਗ ਹੁੰਦੀ ਹੈ। ਜਿਹੜੀ ਸਧਾਰਨ ਬੱਚੇ ਉਹ ਕਨਵਰਜੈਂਟ ਥਿੰਕਿੰਗ ਵਾਲੇ ਹੋ ਸਕਦੇ ਆ। ਕਨਵਰਜੈਂਟ ਦਾ ਮਤਲਬ ਕੀ ਹੁੰਦਾ, ਇੱਕ ਹੀ ਪਾਸੇ ਸੋਚਣਾ, ਠੀਕ ਹੈ। ਜਿਵੇਂ ਕਿਸੇ ਨੇ ਮੈਨੂੰ ਪ੍ਰੋਬਲਮ ਸੋਲਵ ਕਰਨੀ ਦੱਸਦੀ, ਮੈਂ ਬਸ ਉਸੇ ਤਰੀਕੇ ਨਾਲ ਪ੍ਰੋਬਲਮ ਸੋਲਵ ਕਰਾਂ। ਕੋਈ ਮੈਥ ਦਾ ਆਪਾਂ ਫਾਰਮੂਲਾ ਲਾਇਆ ਤੇ ਮੈਥ ਦੇ ਇੱਕੋ ਫਾਰਮੂਲੇ ਨੂੰ ਤੁਸੀਂ ਲਾ ਕੇ ਫੋਲੋ ਕਰ ਰਹੇ ਆ, ਹਨਾ, ਤਾਂ ਕੀ ਹੈ ਤੁਹਾਡੀ ਕਨਵਰਜੈਂਟ ਥਿੰਕਿੰਗ। ਜੇ ਕਿਸੇ ਨੇ ਉਹਦੇ ਬਰਾਬਰ ਹੀ ਨਵਾਂ ਕੋਈ ਈਜ਼ੀ ਵੇ ਕਰਕੇ ਆਂਸਰ ਕੱਢਤਾ ਤਾਂ ਉਹ ਫਿਰ ਉਹਦੇ ਲਈ ਕੀ ਹੋ ਜਾਊਗਾ, ਡਾਇਵਰਜੈਂਟ ਥਿੰਕਿੰਗ, ਠੀਕ ਹੈ। ਤਾਂ ਜਿਹੜੀ ਨੋਵਲਟੀ ਆ, ਓਰੀਜਨੈਲਿਟੀ ਆ, ਫਲੈਕਸੀਬਿਲਿਟੀ ਆ, ਇਹ ਸਾਰੀਆਂ ਕ੍ਰੀਏਟਿਵ ਬੱਚਿਆਂ ਦੀਆਂ ਨਿਸ਼ਾਨੀਆਂ ਨੇ। ਤੇ ਕ੍ਰੀਏਟਿਵ ਬੱਚੇ ਦੀ ਜਿਹੜੀ ਮੇਨ ਚੀਜ਼ ਹੁੰਦੀ ਆ ਡਾਇਵਰਜੈਂਟ ਥਿੰਕਿੰਗ। Fifth question, which of the following is the most appropriate method of monitor the process of children with the learning disability? Learning disability ਵਾਲੇ ਬੱਚਿਆਂ ਨੂੰ ਜੇ ਅਸੀਂ ਫਾਈਂਡ ਕਰਨਾ ਹੈਗਾ ਤਾਂ ਸਾਡੇ ਕੋਲ ਜਿਹੜਾ ਉਹਨਾਂ ਦੀ ਪ੍ਰਗਤੀ ਨੂੰ ਦੇਖਣ ਦਾ, ਉਹਨਾਂ ਦੀ ਪ੍ਰਗਤੀ ਨੂੰ, ਉਹਨਾਂ ਦੀ ਪ੍ਰੋਗਰੈਸ ਨੂੰ ਮੋਨੀਟਰ ਕਰਨ ਦਾ ਬੈਸਟ ਵੇ ਕਿਹੜਾ? ਕੇਸ ਸਟੱਡੀ, ਐਨਿਕਡੋਟਲ ਰਿਕਾਰਡਸ, ਬਿਹੇਵੀਅਰ ਰੇਟਿੰਗ ਸਕੇਲ ਜਾਂ ਸਟਰਕਚਰਡ ਬਿਹੇਵੀਅਰਲ ਆਬਜ਼ਰਵੇਸ਼ਨ। ਤਾਂ ਆਪਣੇ ਕੋਲ ਆਂਸਰ ਆਊਗਾ ਸਟਰਕਚਰ ਬਿਹੇਵੀਅਰ ਆਬਜ਼ਰਵੇਸ਼ਨ, ਕਿਉਂਕਿ ਆਪਾਂ ਕੀ ਦੇਖਣਾ ਹੈਗਾ ਕਿ ਉਹ ਲਿਖਣ ਦੇ ਵਿੱਚ ਕੋਈ ਡਿਸੇਬਿਲਿਟੀ ਤਾਂ ਨਹੀਂ, ਬੋਲਣ ਦੇ ਵਿੱਚ ਕੋਈ ਡਿਸੇਬਿਲਿਟੀ ਤਾਂ ਨਹੀਂ, ਉਹਨਾਂ ਦੀ ਜਿਹੜੀ ਹੈਗੀ ਆ ਕਮਿਊਨੀਕੇਸ਼ਨ ਕਿਵੇਂ ਦੀ ਆ, ਹਨਾ, ਉਹਨਾਂ ਦੀ ਜਿਹੜੀ ਮੋਟਰ ਸਕਿੱਲ ਹੈਗੀਆਂ ਤੇ ਮਾਈਂਡ ਆ ਉਹਨਾਂ ਵਿੱਚ ਕਿੰਨਾ ਕੁ ਕੰਬੀਨੇਸ਼ਨ ਆ, ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਜੱਜ ਕਰਦੇ ਆ ਤਾਂ ਆਬਜ਼ਰਵੇਸ਼ਨ ਦੇ ਬੇਸ ਤੇ ਹੋਊਗਾ, ਠੀਕ ਹੈ। ਬਾਕੀ ਬੱਚੇ ਨੂੰ ਅਸੈਸ ਕਰਨ ਦੇ, ਇੱਕ ਬੱਚੇ ਦੀ ਵੈਲਿਊਏਸ਼ਨ ਕਰਨ ਦੇ ਮੈਥਡ ਨੇ। ਕੇਸ ਸਟੱਡੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈਗੀ ਆਪਾਂ ਕਹੀਏ ਬੱਚਾ ਕਿਵੇਂ ਦਾ ਹੈਗਾ ਉਹਦਾ ਪੂਰੀ ਹਿਸਟਰੀ ਤਿਆਰ ਕੀਤੀ ਜਾਂਦੀ ਹੈ। ਇਹਦੇ ਵਿੱਚ ਐਨਿਕਡੋਟਲ ਰਿਕਾਰਡਸ ਦੇ ਵਿੱਚ ਜਿਹੜੇ ਹੈਗੇ ਇੱਕ ਟੀਚਰ ਡਾਇਰੀ ਲਾਉਂਦਾ, ਬੱਚੇ ਦੀ ਪੂਰੀ ਡਿਟੇਲ ਰੱਖਦਾ। ਰੇਟਿੰਗ ਸਕੇਲ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਇੱਕ ਬੱਚੇ ਦਾ ਬਿਹੇਵੀਅਰ ਕਿਵੇਂ ਆ, 1 2 3 ਆਪਾਂ ਇਹ ਤੇ ਸਕੇਲ ਕਰਨਾ ਹੋਵੇ ਕਿ 2 ਆ, ਹਨਾ, ਜਾਂ ਆਪਾਂ ਇਹ ਕਹਿ ਦਈਏ ਪਲੱਸ ਆ, ਠੀਕ ਹੈ, ਆਪਣੇ ਕੋਲ ਨਾਰਮਲ 1 ਆ, +1 ਆ, ਠੀਕ ਹੈ, +2 ਆ, ਮਤਲਬ ਬਹੁਤ ਅੱਛਾ। ਜਾਂ ਆਪਾਂ ਕਹਿ ਦਈਏ -1 ਆ, -2 ਆ, ਮਤਲਬ ਕਿ ਜੇ ਇਹ ਬਹੁਤ ਘਟੀਆ ਬਿਹੇਵੀਅਰ ਆ, ਹਨਾ, ਤਾਂ ਆਪਾਂ ਜਿੱਥੇ ਟਿਕ ਲਾਵਾਂਗੇ ਉਹ ਸਕੇਲਸ ਹੁੰਦੇ ਆ, ਸਕੇਲ ਦੇ ਉੱਪਰ ਜਦੋਂ ਆਪਾਂ ਜੱਜ ਕਰਦੇ ਹਾਂ। ਬਟ ਸਾਡੇ ਲਈ ਜਦੋਂ ਵੀ ਅਸੀਂ ਲਰਨਿੰਗ ਡਿਸੇਬਿਲਿਟੀ ਦੇਖਣੀ ਆ ਤਾਂ ਇੱਕ ਬੱਚੇ ਨੂੰ ਅਸੀਂ ਇਹ ਦੇਖਾਂਗੇ ਕਿ ਉਹ ਰੀਡਿੰਗ ਕਿਵੇਂ ਕਰ ਰਿਹਾ ਹੈਗਾ, ਉਹ ਰਾਈਟਿੰਗ ਕਿਵੇਂ ਕਰ ਰਿਹਾ ਹੈਗਾ, ਉਹ ਬੋਲ ਕਿਵੇਂ ਰਿਹਾ ਹੈਗਾ, ਠੀਕ ਹੈ। ਤੇ ਇਹਨਾਂ ਚੀਜ਼ਾਂ ਨੂੰ ਅਸੀਂ ਜੱਜ ਕਰਾਂਗੇ ਤਾਂ ਆਬਜ਼ਰਵੇਸ਼ਨ ਬੇਸਡ ਹੋਊਗਾ। ਦੈਨ ਹੈ ਆਪਣੇ ਕੋਲ ਇਨਕਲੂਸਿਵ ਐਜੂਕੇਸ਼ਨ। ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਹੈ? ਜਦੋਂ ਅਸੀਂ ਹਰ ਤਰ੍ਹਾਂ ਦਾ ਬੱਚਾ, ਬੇਸ਼ੱਕ ਉਹ ਖਾਸ ਲੋੜ ਵਾਲਾ ਬੱਚਾ ਹੈਗਾ, ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦਾ ਬੱਚਾ ਹੈਗਾ, ਉਹ ਡਿਸੇਬਲ ਬੱਚਾ, ਉਹਨੂੰ ਘੱਟ ਸੁਣਦਾ, ਹਨਾ, ਉਹਨੂੰ ਘੱਟ ਦੇਖਦਾ, ਸਾਰੇ ਬੱਚਿਆਂ ਨੂੰ ਜਦੋਂ ਇੱਕ ਹੀ ਸਕੂਲ ਦੇ ਵਿੱਚ, ਠੀਕ ਹੈ, ਇੱਕ ਹੀ ਕਲਾਸਰੂਮ ਦੇ ਵਿੱਚ, ਇੱਕ ਹੀ ਸਕੂਲ ਦੇ ਵਿੱਚ ਉਹਨਾਂ ਦੀਆਂ ਅਲੱਗ-ਅਲੱਗ ਨੀਡਸ ਨੂੰ ਪੂਰਾ ਕਰਦੇ ਹੋਏ ਪੜ੍ਹਾਉਂਦੇ ਆ ਨਾ, ਤਾਂ ਉਹਨੂੰ ਆਖਦੇ ਹੈਗੇ ਆ ਇਨਕਲੂਸਿਵ ਐਜੂਕੇਸ਼ਨ, ਠੀਕ ਹੈ, ਸਮਲਿਤ ਸਿੱਖਿਆ ਜਾਂ ਸਮਾਵੇਸ਼ੀ ਸਿੱਖਿਆ। ਤਾਂ ਕਹਿੰਦੇ ਕੀ ਹੈ ਇਹ, ਹੈ ਨਾ, ਇਨਕਲੂਸਿਵ ਟੀਚਰ ਫਰੋਮ ਮਾਰਜਨਲਾਈਜ਼ਡ ਗਰੁੱਪਸ, ਹਨਾ, ਕਹਿੰਦੇ ਜਿਹੜੇ ਮਾਰਜਨਾਈਜ਼ਡ ਸੀਮਾਂਤ ਗਰੁੱਪ ਹੈਗੇ ਉਹਨਾਂ ਨੂੰ ਸ਼ਾਮਲ ਕਰਨਾ ਇਹਦੇ ਵਿੱਚ। ਸੈਲੀਬ੍ਰੇਟ ਡਾਇਵਰਸਿਟੀ ਇਨ ਕਲਾਸਰੂਮ, ਕਲਾਸਰੂਮ ਦੇ ਵਿੱਚ ਜੋ ਭਿੰਨਤਾ ਹੈਗੀ ਆ ਉਹਨੂੰ ਇੰਜੋਏ ਕਰਨਾ, ਉਹਨੂੰ ਸੈਲੀਬ੍ਰੇਟ ਕਰਨਾ। ਇਨਕਰੇਜ ਸਟ੍ਰਿਕਟ ਐਡਮਿਸ਼ਨ ਪ੍ਰੋਸੀਜਰ, ਸਟ੍ਰਿਕਟਨੈਸ ਆ ਜਿਹੜੀ ਅਸੀਂ ਐਜੂਕੇਸ਼ਨ ਦੇ ਵਿੱਚ ਵੈਸੇ ਹੀ ਲੈ ਕੇ ਨਹੀਂ ਆਉਣੀ। ਤਾਂ ਇਨਕਲੂਸਿਵ ਐਜੂਕੇਸ਼ਨ ਕੀ ਹੈਗੀ ਆ ਕਿ ਵੱਖ-ਵੱਖ ਤਰ੍ਹਾਂ ਦੇ ਬੱਚੇ ਸਾਡੇ ਕੋਲ ਇੱਕ ਕਲਾਸ ਦੇ ਵਿੱਚ ਆ ਰਹੇ ਆ ਤਾਂ ਅਸੀਂ ਉਹਨਾਂ ਹਰ ਤਰ੍ਹਾਂ ਦੇ ਬੱਚੇ ਨੂੰ ਸ਼ਾਮਲ ਕਰਕੇ ਉਹਨਾਂ ਦੀ ਜਿਹੜੀ ਹੈਗੀ ਉਸ ਚੀਜ਼ ਨੂੰ ਸੈਲੀਬ੍ਰੇਟ ਕਰਨਾ, ਇੱਕ ਦੂਜੇ ਤੋਂ ਸਿੱਖਣਾ, ਸਿਖਾਉਣਾ ਬੱਚਿਆਂ ਨੂੰ, ਤਾਂ ਇਹ ਸਾਡੇ ਕੋਲ ਕੀ ਹੈਗੀ ਇਨਕਲੂਸਿਵ ਐਜੂਕੇਸ਼ਨ। ਨੈਕਸਟ ਕੁਐਸਚਨ ਆਪਣੇ ਕੋਲ 7th, ਇਨਕਲੂਸਿਵ ਐਜੂਕੇਸ਼ਨ assume that we should change the dash to fit the। ਤਾਂ ਇਨਕਲੂਸਿਵ ਐਜੂਕੇਸ਼ਨ ਕੀ ਅਸਿਊਮ ਕਰਦੀ ਆ ਕਿ ਆਪਾਂ ਕਿਹਦੇ ਚ ਚੇਂਜ ਕਰ ਸਕਦੇ ਆ ਤੇ ਕਿਹਨੂੰ ਫਿੱਟ ਕਰਨ ਲਈ, ਹਨਾ, ਤਾਂ ਆਪਾਂ ਡੈਸ਼ ਦੇ ਵਿੱਚ ਬਦਲਾਅ ਕਰਾਂਗੇ, ਡੈਸ਼ ਨੂੰ ਫਿੱਟ ਕਰਨ ਦੇ ਲਈ ਇਹੀ ਸਮਾਵੇਸ਼ੀ ਸਿੱਖਿਆ ਦੇ ਵਿੱਚ ਸ਼ਾਮਲ ਆ। ਤਾਂ ਆਪਾਂ ਕੀ ਆ ਸਿਸਟਮ ਦੇ ਵਿੱਚ ਚੇਂਜ ਕਰਾਂਗੇ, ਕਾਹਦੇ ਲਈ? ਇੱਕ ਬੱਚੇ ਨੂੰ ਫਿੱਟ ਕਰਨ ਦੇ ਲਈ। ਮਤਲਬ ਕੀ ਆ ਕਿ ਸਾਡਾ ਜੋ ਸਕੂਲ ਦਾ ਸਿਸਟਮ ਆ, ਠੀਕ ਹੈ, ਉਹਦੇ ਵਿੱਚ ਕੁਝ ਚੇਂਜਸ ਲੈ ਕੇ ਆਵਾਂਗੇ। ਜੇ ਆਪਣੇ ਕੋਲ ਬੱਚਾ ਕੋਈ ਸਪੈਸ਼ਲ ਨੀਡ ਵਾਲਾ, ਮੰਨ ਲਓ ਕਿ ਆਪਣੇ ਕੋਲ ਕਲਾਸਰੂਮ ਦੇ ਵਿੱਚ ਘੱਟ ਸੁਣਨ ਵਾਲਾ ਬੱਚਾ ਆ ਗਿਆ, ਤਾਂ ਟੀਚਰ ਜਿਹੜਾ ਹੈਗਾ ਉਹਨੂੰ ਕਿਵੇਂ ਦੀਆਂ ਮਸ਼ੀਨਸ ਦੇਣੀਆਂ, ਕਿਵੇਂ ਸਾਈਨ ਲੈਂਗੁਏਜ ਯੂਜ਼ ਕਰਨੀ ਹੈ, ਸਿਸਟਮ ਦੇ ਵਿੱਚ ਚੇਂਜ ਕਰੂਗਾ, ਹਨਾ, ਕਿਹਦੇ ਅਕੋਰਡਿੰਗ? ਬੱਚੇ ਦੇ ਅਕੋਰਡਿੰਗ। ਤਾਂ ਆਪਾਂ ਕੀ ਆਖਾਂਗੇ ਕਿ ਸਿਸਟਮ ਦੇ ਵਿੱਚ ਬਦਲਾਅ ਕੀਤਾ ਜਾਊਗਾ ਬੱਚੇ ਦੇ ਅਕੋਰਡਿੰਗ, ਜਿਵੇਂ ਵੀ ਬੱਚੇ ਦੀ ਲੋੜ ਹੋਊਗੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, according to the person with disability act, who among these is a disabled child? ਤਾਂ person with disability PWD ਐਕਟ ਪਾਸ ਹੋਇਆ ਸੀ 1995 ਦੇ ਵਿੱਚ, ਠੀਕ ਹੈ, 1995 ਦੇ ਵਿੱਚ।
ਤਾਂ ਉਹਦੇ ਚ ਆਖਿਆ ਗਿਆ ਸੀਗਾ ਕਿ ਕਿਹੜੇ ਬੱਚੇ ਡਿਸੇਬਲ ਕੈਟਾਗਰੀ ਦੇ ਵਿੱਚ ਸ਼ਾਮਲ ਨੇ। ਤਾਂ ਕਾਫੀ ਸਾਰੀਆਂ ਕੈਟਾਗਰੀਜ਼ ਨੇ, ਇੱਥੇ 3 ਹੀ ਦਿੱਤੀਆਂ ਹੋਈਆਂ। ਆਟਿਸਟਿਕ, ਜਿਨ੍ਹਾਂ ਨੂੰ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਹੋਊਗੀ। ਸੈਰੇਬਰਲ ਪੈਲਸੀ ਵਾਲੇ ਬੱਚੇ ਜਿਹੜੇ ਕਿ ਦਿਮਾਗੀ ਤੌਰ ਤੇ ਪ੍ਰੋਪਰ ਜਿਹੜੀਆਂ ਹੈਗੀਆਂ ਬੇਸਿਕ ਐਕਟੀਵਿਟੀਜ਼ ਨਹੀਂ ਕਰ ਸਕਦੇ, ਲੋਕੋਮੋਟਰ ਡਿਸੇਬਿਲਿਟੀ ਹੋਗੀ। ਜਾਂ ਲੈਪਰੋਸੀ ਕਿਉਰਡ ਵਿਦ ਸਪੀਚ ਇੰਪੇਅਰਮੈਂਟ, ਹੈ ਨਾ, ਲੈਪਰੋਸੀ ਜਿਹਦਾ ਕਿ ਕਿਉਰ ਹੋ ਰਿਹਾ, ਇਲਾਜ ਹੋ ਰਿਹਾ, ਬਟ ਉਹਦੇ ਉਸ ਬੱਚੇ ਨੂੰ ਸਪੀਚ ਇੰਪੇਅਰਮੈਂਟ ਵੀ ਹੈ। ਤੇ ਸਾਰੀਆਂ ਕੈਟਾਗਰੀਜ਼ ਅਸੀਂ PWD ਦੇ ਅੰਡਰ ਡਿਸੇਬਲ ਕੈਟਾਗਰੀ ਦੇ ਬੱਚਿਆਂ ਦੇ ਵਿੱਚ ਰੱਖਦੇ ਹਾਂ, ਡਿਸੇਬਿਲਿਟੀ ਐਕਟ ਦੇ ਅੰਡਰ ਰੱਖਦੇ ਹਾਂ। ਦੈਨ ਹੈਗਾ ਮੈਂਟਲ ਹੈਲਥ ਐਕਟ ਵਾਸ ਇੰਟਰੋਡਿਊਸਡ ਇਨ ਈਅਰ। ਤਾਂ ਮੈਂਟਲ ਹੈਲਥ ਐਕਟ ਕਹਿੰਦੇ ਕਦੋਂ ਇੰਟਰੋਡਿਊਸ ਹੋਇਆ ਸੀ? 1887 ਦੇ ਵਿੱਚ ਹੋਇਆ ਸੀ ਇਹ ਪਹਿਲੀ ਵਾਰੀ, ਠੀਕ ਹੈ। ਉਸ ਤੋਂ ਬਾਅਦ ਸੀਗਾ ਜਿਹੜਾ 2017-18 ਦੇ ਵਿੱਚ ਵੀ, 2017 ਦੇ ਵਿੱਚ ਇਹਦੀ ਗੱਲਬਾਤ ਸ਼ੁਰੂ ਹੋਈ ਤੇ 18 ਦੇ ਵਿੱਚ ਜਿਹੜਾ ਹੈਗਾ ਇਹਨੂੰ ਲਾਗੂ ਕਰ ਦਿੱਤਾ ਗਿਆ ਸੀਗਾ, ਠੀਕ ਹੈ। ਤਾਂ ਜਿਹੜਾ ਸ਼ੁਰੂਆਤੀ ਤੌਰ ਤੇ ਜਿਹੜਾ ਐਕਟ ਸੀਗਾ 1987 ਦੇ ਵਿੱਚ ਬਣਿਆ ਸੀ। ਨੈਕਸਟ ਕੁਐਸਚਨ ਆਪਣੇ ਕੋਲ, ਐਨ IQ range of 20 to 30 would indicate what degree of mental retardation। ਬੁੱਧੀ ਦੀਆਂ ਕਿਸਮਾਂ ਹੁੰਦੀਆਂ ਨਾ, ਤਾਂ ਜਿਹੜੀ ਮੈਂਟਲ ਰਿਟਾਰਡੇਸ਼ਨ ਉਹ ਕਿਹੜੇ ਬੱਚੇ ਆਪਾਂ ਲੈ ਕੇ ਚੱਲਦੇ ਆ ਜਿਨ੍ਹਾਂ ਦੀ ਬੁੱਧੀ ਇੰਟੈਲੈਕਚੁਅਲੀ ਘੱਟ ਬ੍ਰਾਈਟ ਹੋਣਗੇ, ਨਾ, ਸਲੋ ਲਰਨਰ ਹੋਣਗੇ, ਜਿਨ੍ਹਾਂ ਦਾ IQ 90 ਤੋਂ ਘੱਟ ਹੋਊਗਾ। ਮੰਨ ਕੇ ਚੱਲੋ ਕਿ 70 ਤੋਂ ਜਿਨ੍ਹਾਂ ਦਾ IQ ਘੱਟ ਜਾ ਰਿਹਾ ਹੈ ਨਾ, ਜਿਹੜੇ ਹਜੇ ਫੇਰ ਵੀ 90 ਤੋਂ 70 ਚ ਥੋੜੇ ਜਿਹੇ ਠੀਕ ਸਮਝਣ ਵਾਲੇ ਬੱਚੇ ਹੋਣਗੇ, ਇੰਨੇ ਜ਼ਿਆਦਾ ਮੈਂਟਲੀ ਰਿਟਾਰਡ ਨਹੀਂ ਹੋਣਗੇ। ਤਾਂ ਜਿਹੜੇ ਬੱਚੇ ਬਿਲਕੁਲ ਹੀ ਸਲੋ ਹੋਣਗੇ, 70 ਤੋਂ ਘੱਟ ਵਾਲੇ ਹੋਣਗੇ, ਉਹ ਸਾਰੇ ਅਸੀਂ ਮੈਂਟਲ ਰਿਟਾਰਡੇਸ਼ਨ ਦੇ ਵਿੱਚ ਰੱਖਦੇ ਹਾਂ। ਤੇ ਮੈਂਟਲ ਰਿਟਾਰਡੇਸ਼ਨ ਦੀਆਂ 4 ਕੈਟਾਗਰੀਜ਼ ਹੁੰਦੀਆਂ। ਪਹਿਲੀ ਕੈਟਾਗਰੀ ਹੁੰਦੀ ਆ ਮਾਈਲਡ ਦੇ ਵਿੱਚ ਹੁੰਦਾ ਜਿਨ੍ਹਾਂ ਦਾ IQ 50 ਤੋਂ ਲੈ ਕੇ 70 ਆ, ਠੀਕ ਹੈ। 50 ਤੋਂ 70 ਵਾਲੇ IQ ਕਿਹਦੇ ਚ ਹੋਣਗੇ? ਮਾਈਲਡ ਦੇ ਵਿੱਚ। ਮੋਡਰੇਟ ਦੇ ਵਿੱਚ ਹੋਣਗੇ 50 ਤੋਂ ਲੈ ਕੇ 30 ਵਾਲੇ, ਜਾਂ 35 ਤੱਕ ਵੀ ਲੈ ਸਕਦੇ ਹਾਂ ਆਪਾਂ, 30 ਜਾਂ 35, ਠੀਕ ਹੈ। ਤੇ 35 ਤੋਂ ਲੈ ਕੇ 20 ਤੱਕ ਜਾਂ 30 ਤੋਂ ਲੈ ਕੇ 20 ਤੱਕ ਜਿਹੜੇ ਆਪਾਂ ਮੰਨ ਕੇ ਚੱਲਾਂਗੇ ਉਹ ਕਿਹਦੇ ਚ ਹੋਣਗੇ? ਸਵੇਅਰ ਦੇ ਵਿੱਚ, ਜਿਵੇਂ ਕਿ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ। ਤੇ ਪ੍ਰੋਫਾਊਂਡ ਦੇ ਵਿੱਚ ਕਿਹੜੇ ਹੋਣਗੇ? ਜਿਨ੍ਹਾਂ ਦਾ IQ 20 ਤੋਂ ਵੀ ਘੱਟ ਹੈ, ਠੀਕ ਹੈ। ਤੇ 4 ਮੇਨ ਕੈਟਾਗਰੀਜ਼ ਨੇ ਕਿਹੜੇ ਬੱਚਿਆਂ ਦੀਆਂ? ਮੈਂਟਲ ਰਿਟਾਰਡੇਸ਼ਨ ਯਾਨੀ ਕਿ ਮੰਦਬੁੱਧੀ ਬੱਚਿਆਂ ਦੀਆਂ, ਠੀਕ ਹੈ ਜੀ। NIVH is concerned with children who are, ਤਾਂ ਨੀਵਾ ਜਿਹੜੀ ਹੈਗੀ ਆ, ਨੀਵਾ ਨੈਸ਼ਨਲ ਇੰਸਟੀਚਿਊਟ ਆ ਫॉर ਵਿਜ਼ੂਅਲ ਹੈਂਡੀਕੈਪਡ, ਠੀਕ ਹੈ। ਫੁੱਲ ਫਾਰਮ ਦੀ ਗੱਲ ਕਰਦੇ ਆ ਤਾਂ ਨੈਸ਼ਨਲ ਇੰਸਟੀਚਿਊਟ ਆਫ ਵਿਜ਼ੂਅਲੀ ਹੈਂਡੀਕੈਪਡ। ਤਾਂ ਦੇਹਰਾਦੂਨ ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ ਵਿਜ਼ੂਅਲੀ ਇੰਪੇਅਰ ਬੱਚਿਆਂ ਦੇ ਲਈ, ਜਿਹੜੇ ਬੱਚਿਆਂ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਆ। 12th ਕੁਐਸਚਨ ਆ ਐਜੂਕੇਸ਼ਨ ਆਫ ਆਲ ਇਨ ਸਕੂਲ ਫॉर ਆਲ, ਠੀਕ ਹੈ। ਨਾਮ ਤੋਂ ਹੀ ਕਲੀਅਰ ਆ, ਸਾਰੇ ਬੱਚਿਆਂ ਦੇ ਲਈ, ਠੀਕ ਹੈ। ਸਕੂਲ ਦੇ ਵਿੱਚ ਸਿੱਖਿਆ, ਸਾਰੇ ਬੱਚਿਆਂ ਨੂੰ ਇੱਕ ਹੀ ਸਕੂਲ ਦੇ ਵਿੱਚ ਸਿੱਖਿਆ ਦਿੰਦੇ ਆ। ਤਾਂ ਉਹ ਕਿਹੜੀ ਟੈਗ ਲਾਈਨ ਆਪਣੇ ਕੋਲ? ਇਨਕਲੂਸਿਵ ਐਜੂਕੇਸ਼ਨ। ਜਿਵੇਂ ਪਹਿਲਾਂ ਵੀ ਦੱਸ ਚੁੱਕੇ, ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਆ? ਇੱਕੋ ਸਕੂਲ ਦੇ ਵਿੱਚ ਸਭ ਤਰ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਕਰਨਾ ਹੀ ਇਨਕਲੂਸਿਵ ਐਜੂਕੇਸ਼ਨ ਆ। ਬੇਸ਼ੱਕ ਉਹ ਖਾਸ ਲੋੜਾਂ ਵਾਲੇ ਬੱਚੇ ਆ, ਬੇਸ਼ੱਕ ਉਹ ਬਹੁਤ ਇੰਟੈਲੀਜੈਂਟ ਆ, ਬੇਸ਼ੱਕ ਉਹ ਬਹੁਤ ਸਲੋ ਆ, ਬੇਸ਼ੱਕ ਉਹ ਬੋਲਣ ਦੇ ਵਿੱਚ ਠੀਕ ਨਹੀਂ ਆ, ਤਾਂ ਕਿਸੇ ਵੀ ਕਿਸਮ ਦੇ ਜਿਹੜੇ ਡਿਸੇਬਲ ਬੱਚੇ ਆ, ਜਦੋਂ ਅਸੀਂ ਉਹਨਾਂ ਨੂੰ ਸਧਾਰਨ ਸਕੂਲ ਦੇ ਵਿੱਚ ਸਧਾਰਨ ਬੱਚਿਆਂ ਨਾਲ ਟੀਚ ਕਰਦੇ ਆ, ਤਾਂ ਕੀ ਹੁੰਦੀ ਹੈ? ਇਨਕਲੂਸਿਵ ਐਜੂਕੇਸ਼ਨ। ਦੈਨ ਹੈਗਾ ਆਪਣੇ ਕੋਲ 13 ਕੁਐਸਚਨ, ਬ੍ਰੇਲ ਮੈਥਡ ਐਂਡ ਟੇਪ ਰਿਕਾਰਡਿੰਗ ਕੈਨ ਬੀ ਯੂਜ਼ਡ ਐਂਡ ਐਜੂਕੇਸ਼ਨਲ ਪ੍ਰੋਵੀਜ਼ਨ। ਜਦੋਂ ਹੀ ਬ੍ਰੇਲ ਵਰਡ ਆ ਜਾਂਦਾ ਤਾਂ ਬ੍ਰੇਲ ਦਾ ਮਤਲਬ ਕੀ ਹੁੰਦਾ? ਬਲਾਈਂਡ ਬੱਚੇ। ਬਲਾਈਂਡ ਬੱਚਿਆਂ ਦੇ ਲਈ ਇੱਕ ਜਿਹੜਾ ਹੈਗਾ ਬ੍ਰੇਲ ਲਿਪੀ ਦਾ ਪ੍ਰਯੋਗ ਹੁੰਦਾ ਹੈ ਨਾ, ਐਵੇਂ ਡਾਟਸ ਵਾਲੀ ਲਿਪੀ ਹੁੰਦੀ ਆ, ਡਾਟਸ ਲੱਗੀਆਂ ਹੁੰਦੀਆਂ, ਬੱਚੇ ਉਹਦੇ ਉੱਪਰ ਟੱਚ ਕਰਕੇ ਸਿੱਖਦੇ ਆ, ਠੀਕ ਹੈ। ਤਾਂ ਬ੍ਰੇਲ ਲਿਪੀ ਤੇ ਟੇਪ ਰਿਕਾਰਡਿੰਗ, ਫਿਰ ਜਿਹੜੇ ਬੱਚਿਆਂ ਨੂੰ ਦਿਖਦਾ ਨਹੀਂ ਤਾਂ ਉਹਨਾਂ ਨੂੰ ਸੁਣਦਾ ਤਾਂ ਜ਼ਰੂਰ ਹੁੰਦਾ, ਇਸ ਕਰਕੇ ਟੇਪ ਰਿਕਾਰਡਿੰਗ ਵੀ ਇਹਨਾਂ ਬੱਚਿਆਂ ਲਈ ਯੂਜ਼ ਕੀਤੀਆਂ ਜਾ ਸਕਦੀਆਂ। ਤੇ ਕਿੰਨਾਂ ਨੂੰ ਐਜੂਕੇਸ਼ਨ ਪ੍ਰੋਵੀਜ਼ਨ ਦੇਣ ਦੇ ਲਈ, ਕਿੰਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਆ? ਵਿਜ਼ੂਅਲੀ ਇੰਪੇਅਰਡ ਬੱਚੇ, ਜਿਨ੍ਹਾਂ ਨੂੰ ਦੇਖਣ ਦੇ ਵਿੱਚ ਦਿੱਕਤ ਹੁੰਦੀ ਆ। 14 ਕੁਐਸਚਨ ਆ ਦਾ ਪਰਸਨ ਵਿਦ ਡਿਸੇਬਿਲਿਟੀ ਐਕਟ। ਇਸ ਐਕਟ ਦੀ ਫੁੱਲ ਫਾਰਮ, ਇਹ ਬਹੁਤ ਇੰਪੋਰਟੈਂਟ ਕੁਐਸਚਨ ਆ, ਕਈ ਵਾਰ ਪੁੱਛਿਆ ਜਾ ਚੁੱਕਿਆ ਪੇਪਰਾਂ ਦੇ ਵਿੱਚ। ਪਰਸਨ ਵਿਦ ਡਿਸੇਬਿਲਿਟੀ ਐਕਟ ਕਦੋਂ ਪਾਸ ਹੋਇਆ? 1995 ਦੇ ਵਿੱਚ, ਠੀਕ ਹੈ। ਇਸ ਐਕਟ ਦਾ ਪੂਰਾ ਨਾਮ ਕੀ ਆ ਜਾਂ ਉਦੇਸ਼ ਕੀ ਆ? ਇਕੁਅਲ ਅਪਰਚੂਨਿਟੀ, ਸਾਰੇ ਬੱਚਿਆਂ ਨੂੰ ਬਰਾਬਰ ਮੌਕੇ ਦੇਣੇ, ਪ੍ਰੋਟੈਕਸ਼ਨ ਆਫ ਰਾਈਟ, ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ, ਤੇ ਫੁੱਲ ਭਾਗੀਦਾਰੀ, ਹਰ ਬੱਚੇ ਦੀ ਜਿਹੜੀ ਹੈਗੀ ਆ ਹਰ ਕੰਮ ਦੇ ਵਿੱਚ ਬਰਾਬਰ ਭਾਗੀਦਾਰੀ ਹੋਵੇ, ਇਸੇ ਉੱਪਰ ਬੇਸਡ ਹੈਗਾ ਸਾਡਾ PWD ਐਕਟ, ਠੀਕ ਹੈ ਜੀ। ਦੈਨ ਹੈਗਾ 15 ਕੁਐਸਚਨ, ਡੈਫੀਸ਼ੀਐਂਸੀ ਇਨ ਦਾ ability to write associated with impaired handwriting, ਠੀਕ ਹੈ। ਤਾਂ ਆਪਾਂ ਜਦੋਂ ਵੀ ਲਰਨਿੰਗ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ, ਪਹਿਲਾਂ ਵੀ ਦੱਸ ਚੁੱਕੀ ਆ ਕਿ ਰੀਡਿੰਗ ਦੇ ਨਾਲ ਰਿਲੇਟਡ ਕਿਹੜੀ ਹੁੰਦੀ ਆ? ਡਿਸਲੈਕਸੀਆ। ਤਾਂ ਇੱਥੇ ਆ ਗਈ ਆਪਣੇ ਕੋਲੇ ਅਬਿਲਿਟੀ ਰਿਲੇਟਡ ਟੂ ਰਾਈਟਿੰਗ ਨਹੀਂ ਇੱਕ ਬੱਚਾ ਸਹੀ ਕਰ ਪਾ ਰਿਹਾ ਤਾਂ ਉਹਨੂੰ ਅਸੀਂ ਕੀ ਆਖਾਂਗੇ? ਡਿਸਗ੍ਰਾਫੀਆ, ਜਿਵੇਂ ਕਿ ਤੁਹਾਡੀ ਕਲਾਸ ਦੇ ਵਿੱਚ ਹੋ ਹੀ ਚੁੱਕੇ ਨੇ, ਹਨਾ।
ਡਿਸਪ੍ਰੈਕਸੀਆ ਕੀ ਆ, ਜਿਵੇਂ ਇੱਕ ਬੱਚਾ ਸੋਚਦਾ ਕਿ ਮੈਂ ਕਾਗਜ਼ ਨੂੰ ਗੋਲ ਕੱਟਣਾ, ਬਟ ਉਹਦੇ ਤੋਂ ਗੋਲ ਨਾ ਕੱਟਿਆ ਜਾ ਸਕੇ, ਹਨਾ, ਹੋਰ ਹੀ ਪਾਸੇ ਕੱਟ ਦੇ ਕਾਗਜ਼ ਨੂੰ, ਤਾਂ ਉਹਦਾ ਕੀ ਮਤਲਬ ਆ ਕਿ ਉਹਦੇ ਦਿਮਾਗ ਦੇ ਵਿੱਚ ਹੋਰ ਕੁਝ ਚੱਲ ਰਿਹਾ ਬਟ ਹੈਂਡ ਕੁਝ ਹੋਰ ਕਰ ਰਹੇ ਆ, ਮਾਈਂਡ ਤੇ ਹੈਂਡ ਦੇ ਵਿੱਚ ਜਿਹੜੀ ਹੈਗੀ ਆ ਕੋਆਰਡੀਨੇਸ਼ਨ ਨਾ ਬੈਠੇ, ਤਾਂ ਉਹ ਕੀ ਹੁੰਦਾ, ਡਿਸਪ੍ਰੈਕਸੀਆ। ਡਿਸਫੇਜ਼ੀਆ ਹੁੰਦਾ ਜਦੋਂ ਇੱਕ ਬੱਚੇ ਨੂੰ ਪ੍ਰੋਪਰ ਬੋਧ ਨਹੀਂ ਹੁੰਦਾ ਕਿਸੇ ਭਾਸ਼ਾ ਦਾ। 16 ਕੁਐਸਚਨ ਆਪਣੇ ਕੋਲ, ਦਾ ਟਰਮ ਡਿਸੇਬਲ ਚਿਲਡਰਨ। ਡਿਸੇਬਲ ਚਿਲਡਰਨ ਅਸੀਂ ਕਿੰਨਾਂ ਨੂੰ ਆਖਦੇ ਆ, ਆਲ ਚਿਲਡਰਨ ਵਿਦ ਸੈਂਸਰੀ ਐਂਡ ਫਿਜ਼ੀਕਲ ਇੰਪੇਅਰਮੈਂਟ, ਜਿਹੜੇ ਆਪਾਂ ਕਹੀਏ ਸੰਵੇਦੀ, ਬੇਸਿਕ ਜਿਹੜੀਆਂ ਸਾਡੀਆਂ 5 ਗਿਆਨ ਇੰਦਰੀਆਂ ਨੇ, ਉਹਨਾਂ ਸੈਂਸਸ ਨੂੰ ਪ੍ਰੋਪਰ ਯੂਜ਼ ਨਾ ਕਰ ਸਕਦਾ ਹੋਵੇ ਤੇ ਸਰੀਰਕ ਤੌਰ ਤੇ ਵੀ ਜਿਹੜਾ ਹੈਗਾ ਅਪੰਗ ਹੋਵੇ। ਆਲ ਚਿਲਡਰਨ ਵਿਦ ਇਮੋਸ਼ਨਲ ਡਿਫਿਕਲਟੀ, ਜਿਨ੍ਹਾਂ ਨੂੰ ਸੰਵੇਗਾਤਮਕ ਡਿਫਿਕਲਟੀਜ਼ ਨੇ, ਹਨਾ, ਉਹ ਬੌਧਿਕ ਤੌਰ ਤੇ ਸੰਤੁਲਨ ਦੇ ਵਿੱਚ ਨਹੀਂ ਹੈਗੇ, ਜਿਵੇਂ ਆਪਾਂ ਕਹੀਏ ਮੈਂਟਲੀ ਬੱਚੇ ਹੋਣ, ਹਨਾ, ਤੇ ਇੰਟੈਲੈਕਚੁਅਲੀ ਵੀ ਇੰਪੇਅਰਡ ਹੋਣ, ਇੰਟੈਲੈਕਚੁਅਲੀ ਬ੍ਰਾਈਟ ਨਾ ਹੋਣ, ਬਹੁਤ ਸਲੋ ਲਰਨਰ ਹੋਣ, ਤਾਂ ਉਹਨਾਂ ਨੂੰ ਅਸੀਂ ਕਿਹੜੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ, ਡਿਸੇਬਲ ਦੇ ਵਿੱਚ। ਤਾਂ ਆਪਣੇ ਕੋਲ ਦੋਨੋਂ ਕੈਟਾਗਰੀ A ਤੇ B ਆਪਸ਼ਨ ਦੋਨੋਂ ਇਹਦੇ ਵਿੱਚ ਸ਼ਾਮਲ ਹੋਣਗੀਆਂ। 16 ਕੁਐਸਚਨ ਆਪਣੇ ਕੋਲ, ਕ੍ਰੀਏਟੀਵਿਟੀ ਇਜ਼ ਯੂਜ਼ਲੀ ਐਸੋਸੀਏਟਡ ਵਿਦ, ਤਾਂ ਜਿਹੜੀ ਕ੍ਰੀਏਟੀਵਿਟੀ ਹੈਗੀ ਆ ਉਹਦਾ ਸੰਬੰਧ ਕਿਹਦੇ ਨਾਲ ਆ, ਤਾਂ ਕ੍ਰੀਏਟੀਵਿਟੀ ਕਿਹਦੇ ਨਾਲ ਰਿਲੇਟਡ ਹੈਗੀ, ਹੁਣ ਪਹਿਲਾਂ ਵੀ ਦੱਸ ਚੁੱਕੀ ਆ, ਡਾਇਵਰਜੈਂਟ ਥਿੰਕਿੰਗ। ਡਾਇਵਰਜੈਂਟ ਥਿੰਕਿੰਗ ਦੇ ਨਾਲ ਡੀਲ ਕਰਦੀ ਆ ਸਾਡੀ ਕ੍ਰੀਏਟੀਵਿਟੀ। ਇਮੀਟੇਸ਼ਨ ਤੇ ਮੋਡਲਿੰਗ ਵਰਡ ਕਿਹਦੇ ਨਾਲ ਡੀਲ ਕਰਦੇ ਨੇ, ਬੰਡੂਰਾ ਦੀ ਥਿਊਰੀ ਦੇ ਨਾਲ। ਇਹ ਤੁਸੀਂ ਜਿਹੜੇ ਸੁਪਰਵਾਈਜ਼ਰ ਵਾਲੇ ਬੱਚੇ ਨੇ ਉਹਨਾਂ ਨੂੰ ਚਾਈਲਡ ਡਿਵੈਲਪਮੈਂਟ ਦੇ ਵਿੱਚ ਇਹ ਥਿਊਰੀ ਜਿੰਨੀਆਂ ਤੁਹਾਨੂੰ ਨੀਡਡ ਨੇ 0 ਤੋਂ 6 ਸਾਲ ਦੀ ਉਮਰ ਤੱਕ ਕੀ ਕਿਸ ਥਿਊਰੀ ਨੇ, ਕਿਸ ਥਿਊਰਿਸਟ ਨੇ ਕੀ ਆਖਿਆ ਸੀ, ਉਹਦੇ ਬਾਰੇ ਸਿਰਫ ਡਿਸਕਸ ਕਰਨਾ। ਉਹ ਤੁਹਾਨੂੰ ਨੈਕਸਟ ਜੋ ਤੁਹਾਡੇ ਟੌਪਿਕ ਹੋਣਗੇ ਚਾਈਲਡ ਡਿਵੈਲਪਮੈਂਟ ਵਾਲੇ, ਉਹਦੇ ਵਿੱਚ ਕਰਵਾ ਦਿੱਤਾ ਜਾਊਗਾ, ਠੀਕ ਹੈ ਜੀ। 8th ਹੈਗਾ, ਇੱਕ ਚੀਜ਼ ਹੋਰ ਬੇਟਾ ਧਿਆਨ ਦੇ ਵਿੱਚ ਰੱਖਿਓ, ਵੈਸੇ ਤੁਹਾਨੂੰ ਚਾਈਲਡ ਡਿਵੈਲਪਮੈਂਟ ਪਹਿਲਾਂ ਕਰਵਾਉਣਾ ਚਾਹੀਦਾ ਸੀ, ਕਿਉਂਕਿ ਚਿਲਡਰਨ ਵਿਦ ਸਪੈਸ਼ਲ ਨੀਡ ਦੇ ਵਿੱਚ ਕਾਫੀ ਵਾਰ ਥਿਊਰੀਜ਼ ਦਾ ਜ਼ਿਕਰ ਹੋਇਆ, ਹਨਾ। ਤਾਂ ਇੱਕ ਵਾਰ ਜੋ ਤੁਹਾਡਾ ਚਾਈਲਡ ਡਿਵੈਲਪਮੈਂਟ ਵਾਲਾ ਹੋ ਗਿਆ, ਉਹਦਾ 6-7 ਵੀਡੀਓਜ਼ ਨੇ, ਉਹ ਵੀਡੀਓ ਹੋ ਗਈਆਂ, ਤਾਂ ਇੱਕ ਵਾਰ ਦੁਬਾਰਾ ਫਿਰ ਜਿਹੜਾ ਹੈ ਚਿਲਡਰਨ ਵਿਦ ਸਪੈਸ਼ਲ ਨੀਡ ਦੀਆਂ ਵੀਡੀਓਜ਼ ਨੂੰ ਰਿਪੀਟ ਕਰਕੇ ਦੇਖ ਲਿਓ, ਤੁਹਾਨੂੰ ਜ਼ਿਆਦਾ ਬੈਟਰ ਸਮਝ ਆ ਜਾਊਗਾ ਸੁਪਰਵਾਈਜ਼ਰ ਵਾਲੇ ਬੱਚੇ। 18 ਕੁਐਸਚਨ ਹੈ ਆਪਣੇ ਕੋਲ, The program of action was introduced in year, ਤਾਂ POA ਆਖਦੇ ਆਪਾਂ, ਪ੍ਰੋਗਰਾਮ ਆਫ ਐਕਸ਼ਨ ਕਦੋਂ ਇੰਟਰੋਡਿਊਸ ਹੋਇਆ ਸੀ, 1992 ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ। ਐਜੂਕੇਸ਼ਨ ਦੇ ਵਿੱਚ ਬਹੁਤ ਅੱਛਾ ਪ੍ਰੋਗਰਾਮ ਆ, 1986 ਦੀ ਪਾਲਿਸੀ ਤੋਂ ਬਾਅਦ, ਨੈਸ਼ਨਲ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਇਹਨੂੰ ਲਾਂਚ ਕੀਤਾ ਗਿਆ ਸੀਗਾ। ਤੇ ਇਹਦਾ ਮੇਨ, ਇਹਨੇ ਇਨਕਲੂਸਿਵ ਐਜੂਕੇਸ਼ਨ ਦੇ ਉੱਪਰ ਵੀ ਜ਼ੋਰ ਦਿੱਤਾ। ਇਹਨੇ ਆਖਿਆ ਕਿ ਬਿਨਾਂ ਕਿਸੇ ਕ੍ਰੀਡ ਦੇ, ਕਿਸੇ ਕਾਸਟ ਦੇ, ਕਿਸੇ ਭੇਦਭਾਵ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ, ਮਤਲਬ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਆ। ਜਿਹੜਾ ਸਾਡੇ ਪ੍ਰੋਗਰਾਮ ਆਫ ਐਕਸ਼ਨ 1992 ਨੇ ਵੀ ਕੀਤੀ ਆ। ਦੇਖੋ ਇਨਕਲੂਸਿਵ ਐਜੂਕੇਸ਼ਨ, ਮੈਂ ਬਾਰ-ਬਾਰ ਸ਼ਬਦ ਯੂਜ਼ ਕਰ ਰਹੀ ਹਾਂ, ਇਨਕਲੂਸਿਵ ਐਜੂਕੇਸ਼ਨ ਤੇ ਚਿਲਡਰਨ ਵਿਦ ਸਪੈਸ਼ਲ ਨੀਡ ਦਾ ਬਹੁਤ ਡੂੰਘਾ ਲਿੰਕ ਆ। ਚਿਲਡਰਨ ਵਿਦ ਸਪੈਸ਼ਲ ਨੀਡ ਆ ਖਾਸ ਲੋੜਾਂ ਵਾਲੇ ਬੱਚੇ, ਠੀਕ ਹੈ, ਤੇ ਖਾਸ ਲੋੜਾਂ ਵਾਲੇ ਬੱਚਿਆਂ ਨੂੰ ਸਧਾਰਨ ਬੱਚਿਆਂ ਨਾਲ ਟੀਚ ਕਰਨਾ ਹੀ ਇਨਕਲੂਸਿਵ ਐਜੂਕੇਸ਼ਨ ਆ, ਠੀਕ ਹੈ ਜੀ। 19ਵਾਂ ਹੈਗਾ ਆਪਣੇ ਕੋਲ, which one of the following behavior is an identifier of the child with learning disability? learning disability मैं बार बार रिपीट कर चुकी हाँ, learning disability चो बहुत बार क्वेश्चन पूछे जाते हैं। ਜਿਹੜੀ ਲਰਨਿੰਗ ਡਿਸੇਬਿਲਟੀ ਆ, ਉਹਦੇ ਚ ਜਿਹੜੀਆਂ 5 ਮੇਨ ਬਿਮਾਰੀਆਂ ਆਉਂਦੀਆਂ, ਡਿਸਲੈਕਸੀਆ ਰੀਡਿੰਗ ਦੀ, ਡਿਸਗ੍ਰਾਫੀਆ ਰਾਈਟਿੰਗ ਦੀ, ਠੀਕ ਹੈ, ਡਿਸਪਰੈਕਸੀਆ ਤੁਹਾਡੇ ਮੋਟਰ ਤੇ ਮਾਈਂਡ ਦੇ ਵਿੱਚ ਜਿਹੜਾ ਹੈ ਕੋਆਰਡੀਨੇਸ਼ਨ ਨਹੀਂ ਬੈਠਦਾ, ਡਿਸਕੈਲਕੁਲੀਆ ਬੇਸਿਕ ਮੈਥ ਕਲੀਅਰ ਨਹੀਂ ਹੁੰਦਾ, ਡਿਸਫੇਜ਼ੀਆ ਕਿਸੇ ਭਾਸ਼ਾ ਦਾ ਬਿਲਕੁਲ ਬੋਧ ਨਹੀਂ ਹੁੰਦਾ, ਠੀਕ ਹੈ, ਉਹਨੂੰ ਕੀ ਆਖਦੇ ਹੈਗੇ ਆ ਅਸੀਂ, ਸਾਰੀਆਂ ਲਰਨਿੰਗ ਡਿਸੇਬਿਲਟੀਜ਼ ਨੇ। ਤਾਂ ਆਪਾਂ ਦੇਖਣਾ ਕਿ ਇਹ ਤੋਂ ਕਿਹੜੀ ਲਰਨਿੰਗ ਆ। ਅਬਿਊਜ਼ਿਵ ਬਿਹੇਵੀਅਰ ਨਹੀਂ, ਅਬਿਊਜ਼ਿਵ ਬਿਹੇਵੀਅਰ ਕਿਸੇ ਡੈਲੀਕੁਐਂਟ ਬੱਚੇ ਦਾ ਹੋ ਸਕਦਾ, ਅਪਰਾਧੀ ਬੱਚੇ ਦਾ ਹੋ ਸਕਦਾ, ਬਟ ਲਰਨਿੰਗ ਡਿਸੇਬਿਲਟੀ ਦੀ ਨਿਸ਼ਾਨੀ ਨਹੀਂ। ਲੋ ਅਟੈਂਸ਼ਨ ਸਪੈਨ ਐਂਡ ਹਾਈ ਫਿਜ਼ੀਕਲ ਐਕਟੀਵਿਟੀ, ਨੋ, ਇਹ ਕਿਹੜੇ ਬੱਚੇ ਦੀ ਗੱਲ ਹੋ ਰਹੀ ਹੈ, ADHD ਵਾਲੇ ਬੱਚੇ ਦੀ। ADHD ਵਾਲੇ ਬੱਚੇ ਨੂੰ ਅਸੀਂ ਲਰਨਿੰਗ ਡਿਸੇਬਿਲਟੀ ਦੇ ਵਿੱਚ ਨਹੀਂ ਰੱਖਾਂਗੇ। ADHD ਆ ਜਿਹੜੀ ਇੱਕ ਅਲੱਗ ਤਰ੍ਹਾਂ ਦੀ ਡਿਸੇਬਿਲਟੀ ਆ, ਇਹਦੀ ਫੁੱਲ ਫਾਰਮ ਕੀ ਹੁੰਦੀ ਹੈ, ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਠੀਕ ਹੈ। ਬੱਚਾ ਅਟੈਂਸ਼ਨ ਨਹੀਂ ਕਿਸੇ ਚੀਜ਼ ਦੇ ਉੱਪਰ ਲਾ ਸਕਦਾ ਤੇ ਬਹੁਤ ਜ਼ਿਆਦਾ ਵੈਸੇ ਹਾਈਪਰ ਐਕਟਿਵ ਹੁੰਦਾ, ਭੱਜਿਆ ਫਿਰਦਾ ਹੁੰਦਾ ਹੈ ਨਾ, ਟਿਕ ਕੇ ਨਹੀਂ ਬੈਠਦਾ। ਫ੍ਰੀਕੁਐਂਟ ਮੂਡ ਸਵਿੰਗ, ਬੱਚੇ ਦੇ ਜਿਹੜੇ ਮੂਡ ਆ ਉਹ ਬਾਰ-ਬਾਰ ਬਦਲਦਾ ਹੈਗਾ। ਬਟ ਸਾਡੇ ਕੋਲ ਇੱਥੇ ਪੁੱਛਿਆ ਗਿਆ ਹੈਗਾ ਲਰਨਿੰਗ ਡਿਸੇਬਿਲਟੀ, ਤਾਂ ਲਰਨਿੰਗ ਕੀ ਆ, ਜੇ ਆਪਾਂ ਕਹੀਏ ਇੱਥੇ ਇਹਨਾਂ ਨੇ ਡਿਸਗ੍ਰਾਫੀਆ ਕਹਿਤਾ, ਕੋਈ ਬੱਚਾ B ਨੂੰ D ਲਿਖਦਾ, B ਤੇ D ਦਾ ਉਹਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਲਿਖਣਾ ਹੈਗਾ। ਵਾਜ਼ ਤੇ ਸਾਹ ਸਪੈਲਿੰਗ ਇੱਕੋ ਜਿਹਾ, ਵਾਜ਼ ਨੂੰ ਸਾਹ ਲਿਖ ਦਿੰਦਾ, ਸਾਹ ਨੂੰ ਵਾਜ਼ ਲਿਖ ਦਿੰਦਾ, ਹਨਾ, 2 ਨੂੰ 12 ਲਿਖ ਦਿੰਦਾ, 12 ਨੂੰ 2 ਲਿਖ ਦਿੰਦਾ। ਇਹ ਸਿੰਪਲ ਜਿਹੜੇ ਡਿਫਰੈਂਸ ਆ ਲਿਖਣ ਦੇ ਵਿੱਚ ਨਹੀਂ ਸਮਝ ਪਾਉਂਦਾ, ਉਹਨੂੰ ਕੀ ਆਖਦੇ ਹੈਗੇ ਆ, ਡਿਸਗ੍ਰਾਫੀਆ। ਡਿਸਗ੍ਰਾਫੀਆ ਸਾਡੇ ਕੋਲ ਕੀ ਆ, ਲਰਨਿੰਗ ਡਿਸੇਬਿਲਟੀ। ਸੇਮ ਇੱਥੇ ਰੀਡਿੰਗ ਵੀ ਹੋ ਸਕਦਾ ਸੀ ਕਿ ਕੋਈ ਬੱਚਾ B ਨੂੰ D ਪੜ੍ਹਦਾ, D ਨੂੰ B ਪੜ੍ਹਦਾ, ਵਾਜ਼ ਨੂੰ ਸਾਹ ਪੜ੍ਹਦਾ, ਸਾਹ ਨੂੰ ਵਾਜ਼ ਪੜ੍ਹਦਾ, 2 ਨੂੰ 12 ਪੜ੍ਹਦਾ, 12 ਨੂੰ 2, ਹਨਾ, ਇਸ ਤਰੀਕੇ ਨਾਲ। ਤਾਂ ਜਿਹੜੀਆਂ ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ, ਡਿਸਫਰੇਜ਼ੀਆ ਤੇ ਡਿਸਫੇਜ਼
डिजीजियां ने, ये सारियां बीमारियां साडे कोल किहड़ियां लर्निंग डिसेबिलिटी जिवें कि तुहाडीआं क्लास दे विच हो चुकीआं। नेक्स्ट क्वेश्चन अपने को लास्ट, लर्निंग डिसेबिलिटी इन मोटर स्किल्स इज कॉल्ड। ਤਾਂ ਲਰਨਿੰਗ ਡਿਸੇਬਿਲਿਟੀ ਜਿਹੜੀ ਤੁਹਾਡੀ ਮੋਟਰ ਸਕਿੱਲ ਦੇ ਨਾਲ ਡੀਲ ਕਰਦੀ ਆ ਉਹ ਕਿਹੜੀ ਆਪਣੇ ਕੋਲ ਡਿਸਪ੍ਰੈਕਸੀਆ। ਡਿਸਪ੍ਰੈਕਸੀਆ ਕੀ ਹੁੰਦੀ ਆ ਕਿ ਮੇਰਾ ਦਿਮਾਗ ਇਹ ਆਖੇ ਹਨਾ, ਮੇਰੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਕਿ ਮੈਂ ਇੱਕ ਸਰਕਲ ਬਣਾਉਣਾ ਹਨਾ, ਇਹ ਮੇਰੇ ਹੱਥ 'ਚ ਪੈਨਸਲ ਫੜੀ ਹੋਈ ਹੈ ਤੇ ਮੈਂ ਸਰਕਲ ਬਣਾਤਾ, ਫਿਰ ਵੀ ਚਲੋ ਜ਼ਿਆਦਾ ਗੋਲ ਨਹੀਂ ਬਣਿਆ ਬਟ ਬਣ ਗਿਆ ਹਨਾ। ਹੁਣ ਕਈ ਬੱਚੇ ਜਿਨ੍ਹਾਂ ਨੂੰ ਡਿਸਪ੍ਰੈਕਸੀਆ ਹੋਊਗਾ, ਦਿਮਾਗ ਤਾਂ ਕਹਿ ਰਿਹਾ ਕਿ ਮੈਂ ਸਰਕਲ ਬਣਾਉਣਾ ਹਨਾ, ਬਟ ਉਹਦੇ ਤੋਂ ਸਰਕਲ ਬਣੇ ਹੀ ਨਾ, ਹੋਰ ਹੀ ਪਾਸੇ ਜਾਂਦਾ ਰਵੇ ਉਹਦਾ ਹੱਥ ਹਨਾ, ਤੇ ਉਹ ਆਹ ਚੀਜ਼ ਨੂੰ ਕ੍ਰੀਏਟ ਕਰ ਦੇ, ਤਾਂ ਫਿਰ ਉਹ ਬੱਚਾ ਕੀ ਹੋਊਗਾ, ਡਿਸਪ੍ਰੈਕਸੀਆ ਵਾਲਾ ਬੱਚਾ। ਠੀਕ ਹੈ, ਤੁਹਾਡੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ, ਸੋਚ ਤੁਸੀਂ ਕੁਝ ਹੋਰ ਰਹੇ ਆ, ਬਟ ਤੁਹਾਡਾ ਹੱਥ ਆ ਜਿਹੜਾ ਉਸ ਚੀਜ਼ ਨੂੰ ਕਰਨ ਦੇ ਲਈ ਸਪੋਰਟ ਨਹੀਂ ਕਰ ਰਿਹਾ, ਤੇ ਉਹਨੂੰ ਅਸੀਂ ਕੀ ਆਖਾਂਗੇ ਜੀ, ਡਿਸਪ੍ਰੈਕਸੀਆ। ਤਾਂ ਇਹਦੇ 'ਚ ਬੱਚੇ ਦੇ ਜਿਹੜਾ ਹੈਗਾ ਮਾਈਂਡ ਤੇ ਮੋਟਰ ਸਕਿੱਲ ਦੇ ਵਿੱਚ ਜਾਨੀ ਤੁਹਾਡੇ ਜਿਹੜਾ ਦਿਮਾਗ ਹੈਗਾ ਤੇ ਜੋ ਤੁਹਾਡੀਆਂ ਮੈਂਟਲ ਐਕਟਿਵ ਦਿਮਾਗ ਹੈਗਾ ਤੇ ਤੁਹਾਡੇ ਜਿਹੜੇ ਹੱਥ ਨੇ ਜੋ ਕੌਸ਼ਲ ਕਰ ਰਹੇ ਹੈਗੇ ਆ ਹਨਾ, ਉਹਨਾਂ ਦੇ ਵਿੱਚ ਲਿੰਕ ਨਹੀਂ ਬੈਠਦਾ, ਤਾਲਮੇਲ ਨਹੀਂ ਬੈਠਦਾ, ਤਾਂ ਉਹਨੂੰ ਕੀ ਆਖਿਆ ਜਾਂਦਾ ਹੈਗਾ, ਡਿਸਪ੍ਰੈਕਸੀਆ। ਠੀਕ ਹੈ ਜੀ, ਅਸੀਂ ਤੁਹਾਡੀ ਚਿਲਡਰਨ ਵਿਦ ਸਪੈਸ਼ਲ ਨੀਡ ਦੇ ਨਾਲ ਰਿਲੇਟਡ MCQ ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।